ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਦੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਨ ਨੇ ਵੱਡੀ ਪਾਵਰ ਦਿੱਤੀ ਹੈ, ਵੱਡਾ ਅਹੁਦਾ ਦਿੱਤਾ ਹੈ। ਕੀ ਕੁਝ ਨਵਜੋਤ ਸਿੰਘ ਸਿੱਧੂ ਦੇ ਹੱਥ 'ਚ ਕਮਾਨ ਦਿੱਤੀ ਗਈ ਹੈ, ਕੀ ਕੁਝ ਉਹਨਾਂ ਨੂੰ ਪਾਵਰ ਦਿੱਤੀ ਗਈ ਹੈ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਮਨਪ੍ਰੀਤ ਬਾਦਲ ਨੂੰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਤਕੜਾ ਝਟਕਾ ਦਿੱਤਾ ਗਿਆ। ਨਾਲ ਹੀ ਨਾਲ ਕਿਆਸ ਰਹੀਆਂ ਜਾਂ ਖਬਰਾਂ ਇਹ ਵੀ ਨੇ ਕਿ 4 ਮੰਤਰੀ ਜਿਹੜੇ ਆ ਕਾਂਗਰਸ ਦੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਵਾਲੇ ਨੇ। ਕਿਹੜੇ ਕਿਹੜੇ ਮੰਤਰੀ ਜਾਣ ਵਾਲੇ ਨੇ ਜਾਂ ਇਹ ਵਾਕਈ ਖਬਰ ਸੱਚ ਹੈਗੀ ਹੈ ਜਾਂ ਨਹੀਂ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਿਸਾਨ ਲੀਡਰ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਨੇ ਕਿ ਕੁਝ ਕਿਸਾਨ ਲੀਡਰ ਉਹਨਾਂ ਦੇ ਨਾਲ ਦੇ ਹੀ ਮੁੱਖ ਮੰਤਰੀ ਬਣਨ ਨੂੰ ਜ਼ਿਆਦਾ ਕਾਹਲੇ ਨੇ। ਤੇ ਨਾਲ ਹੀ ਨਾਲ ਕਰੋੜਾਂ ਰੁਪਏ ਦਾ ਜਿਹੜਾ ਉੱਥੇ ਇਕੱਠਾ ਹੋਇਆ ਸੀ ਉਹਨੂੰ ਲੈ ਕੇ ਵੀ ਹੁਣ ਰੌਲਾ ਪੈਣ ਲੱਗਿਆ ਹੈ। ਕਿਹੜੇ ਕਿਸਾਨ ਲੀਡਰ ਨੇ ਇਲਜ਼ਾਮ ਲਗਾਏ ਨੇ ਤੇ ਕਿਹੜੇ ਲੀਡਰਾਂ ਤੇ ਲਗਾਏ ਗਏ ਨੇ, ਉਹਨਾਂ ਦੇ ਸੰਦਰਭ ਦੇ ਵਿੱਚ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਭੀਮਿੰਦਰ ਸਿੰਘ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। बहुत बहुत शुक्रिया, मेहरबानी, धन्यवाद सुखविंदर जी। ਡਾਕਟਰ ਸਾਹਿਬ, ਨਵਜੋਤ ਸਿੰਘ ਸਿੱਧੂ ਨੂੰ ਵੱਡੀ ਪਾਵਰ ਦਿੱਤੀ ਗਈ ਹੈ, ਕਮਾਨ ਦਿੱਤੀ ਗਈ ਹੈ। ਚੋਣ ਜਿਹੜੀ ਪੈਨਲ ਹੈ ਉਹਦਾ ਨਵਜੋਤ ਸਿੰਘ ਸਿੱਧੂ ਨੂੰ ਚੇਅਰਮੈਨ ਬਣਾ ਦਿੱਤਾ ਗਿਆ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਇਸ ਪਾਵਰ ਨੂੰ, ਇਸ ਅਹੁਦੇ ਨੂੰ, ਨਵਜੋਤ ਸਿੰਘ ਸਿੱਧੂ ਦੇ ਉੱਪਰ ਜਿਹੜਾ ਭਰੋਸਾ ਜਤਾਇਆ ਗਿਆ ਉਸ ਨੂੰ? ਨਾਲ ਹੀ ਨਾਲ ਇਸ ਪੈਨਲ ਦਾ ਕੰਮ ਕੀ ਹੋਊਗਾ ਇਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਸੁਖਵਿੰਦਰ ਜੀ, ਬਹੁਤ ਵੱਡੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਹੈ ਔਰ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਚੋਣ ਕਮੇਟੀ ਦਾ ਚੇਅਰਮੈਨ ਉਹਨਾਂ ਨੂੰ ਲਗਾਇਆ ਗਿਆ ਹੈ ਔਰ ਉਹਨਾਂ ਦੇ ਨਾਲ ਜਿਹੜੇ ਬਾਕੀ 4 ਕਾਰਜਕਾਰੀ ਪ੍ਰਧਾਨ ਨੇ ਉਹ ਵੀ ਨਾਲ ਲਗਾਏ ਗਏ ਨੇ, ਜਿਹਦੇ ਵਿੱਚ ਨਾਗਰਾ ਸਾਹਿਬ ਵੀ ਸ਼ਾਮਲ ਨੇ, ਕੁਲਜੀਤ ਨਾਗਰਾ ਜੀ ਜਾਂ ਉਹਨਾਂ ਦੇ ਹੋਰ ਸਾਥੀ ਜਿਹੜੇ ਨੇ। ਇਸ ਤੋਂ ਇਲਾਵਾ ਹੋਰ ਕਈ ਜਿਹੜੇ ਨੇ, ਅੰਬਿਕਾ ਸੋਨੀ ਜੀ, ਯਾਨੀ ਕਿ ਵੱਡੇ ਚਿਹਰੇ। ਹਾਂ, ਚੰਨੀ ਸਾਹਿਬ ਖੁਦ ਇਹਦੇ ਮੈਂਬਰ ਨੇ ਔਰ ਇਸੇ ਤਰ੍ਹਾਂ ਜਾਖੜ ਸਾਹਿਬ ਇਹਦੇ ਮੈਂਬਰ ਨੇ। ਸੋ ਇਸੇ ਤਰ੍ਹਾਂ ਆਪਾਂ ਜਦੋਂ ਦੇਖਦੇ ਹਾਂ ਕਿ ਪੰਜਾਬ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਜਿਹਦੇ ਵਿੱਚ ਵੱਡੇ ਚਿਹਰੇ ਨੇ ਉਹ ਸਾਰੇ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ। ਵੱਖ-ਵੱਖ MLA ਸਾਹਿਬਾਨ ਸ਼ਾਮਲ ਕੀਤੇ ਗਏ ਨੇ। ਮਿਨਿਸਟਰ ਸਾਹਿਬਾਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਵੀ ਵੱਡੇ ਲੀਡਰ ਦੇ ਤੌਰ ਤੇ ਸ਼ਾਮਲ ਕੀਤਾ ਗਿਆ ਹੈ। ਸੋ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹ ਲਗਾਏ ਗਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਔਰ ਇਸੇ ਤਰ੍ਹਾਂ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਵੀ ਜਿਹੜੇ ਨੇ ਉਹ ਲਗਾਏ ਗਏ ਨੇ। ਸੋ ਇੱਕ ਵੱਡੀ ਟੀਮ ਪੂਰੇ ਪੰਜਾਬ ਲੈਵਲ ਦੇ ਉੱਤੇ ਸਰਗਰਮ ਕੀਤੀ ਗਈ ਹੈ ਕਿਉਂਕਿ ਇਸ ਵੇਲੇ 22 ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਜਿਹੜੀ ਹੈਗੀ ਹੈ ਬਹੁਤ ਸਰਗਰਮ ਤੇਜ਼ੀ ਦੇ ਨਾਲ ਜਿਹੜੀ ਹੈਗੀ ਆ ਉਹ ਉਹਦੇ ਵਿੱਚ ਦਿਖਾਈ ਦੇ ਰਹੀ ਹੈ। ਸੋ ਇਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਕਹਿ ਸਕਦੇ ਹਾਂ, ਕਿਉਂਕਿ ਬਾਕੀ ਜੇ ਆਪਾਂ ਦੂਜੇ ਪਾਸੇ ਪਾਰਟੀਆਂ ਦਾ ਨਜ਼ਰ ਮਾਰਦੇ ਹਾਂ, ਖਾਸ ਤੌਰ ਤੇ ਜੇ ਅਕਾਲੀ ਦਲ ਨੂੰ ਦੇਖਦੇ ਹਾਂ ਤਾਂ ਆਲਰੇਡੀ ਉਹ ਪਹਿਲਾਂ ਹੀ ਵੱਡੇ ਪੱਧਰ ਦੇ ਉੱਤੇ ਉਮੀਦਵਾਰ ਐਲਾਨ ਚੁੱਕੀ ਹੈ ਔਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਆਪਣੇ 40 ਉਮੀਦਵਾਰ ਐਲਾਨ ਚੁੱਕੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀਆਂ ਨੇ, ਬਹੁਤ ਵੱਡੀ ਪੱਧਰ ਦੇ ਉੱਤੇ ਐਲਾਨ ਕਰ ਚੁੱਕੀਆਂ ਨੇ, ਉਹਦੇ ਮੁਕਾਬਲੇ ਜਦੋਂ ਅਸੀਂ ਦੇਖਦੇ ਹਾਂ ਕਾਂਗਰਸ ਨੂੰ ਕਾਫੀ ਪਿੱਛੇ ਰਹਿੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਆਪਾਂ ਇਹ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਕਈ ਰੈਲੀਆਂ ਵੱਡੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਆਪਣੇ ਜਿਹੜੇ ਨੇ ਉਮੀਦਵਾਰ ਵੀ ਐਲਾਨੇ ਨੇ। ਖਾਸ ਤੌਰ ਤੇ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਬਠਿੰਡੇ ਤੋਂ ਉਹਨਾਂ ਨੇ ਇੱਕ ਉਮੀਦਵਾਰ ਕੱਲ ਵੀ ਐਲਾਨਿਆ ਹੈ। ਇਸੇ ਤਰ੍ਹਾਂ ਫਤਿਹ ਜੰਗ ਬਾਜਵਾ ਹੋਰਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ MLA ਅਸੀਂ ਜਿਤਾਵਾਂਗੇ। ਇਸ ਤਰ੍ਹਾਂ ਲੁਧਿਆਣੇ ਤੋਂ ਕੁਝ ਜਿਹੜੇ ਨੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਸਿੱਧੂ ਸਾਹਿਬ ਦੇ ਦੁਆਰਾ। ਪਰ ਹਜੇ ਆਪਾਂ ਕਹਿ ਸਕਦੇ ਹਾਂ ਕਿ ਹਜੇ ਇਸ ਜਿਹੜੀ ਸਾਰੀ ਚੋਣ ਕਮੇਟੀ ਹੈ ਦੀ ਮੀਟਿੰਗ ਹੋਣੀ ਹੈ ਔਰ ਮੀਟਿੰਗ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਸਕਦੀਆਂ ਨੇ। ਖਾਸ ਤੌਰ ਤੇ ਜਦੋਂ ਅਸੀਂ ਉਮੀਦਵਾਰਾਂ ਦੀ 117 ਉਮੀਦਵਾਰ ਖੜੇ ਕੀਤੇ ਜਾਣਗੇ ਉਸ ਨੂੰ ਲੈ ਕੇ ਵੀ ਕਈ ਜਿਹੜੇ ਨੇ ਵੱਡੇ ਸੰਕਟ ਵੀ ਖੜੇ ਹੋ ਸਕਦੇ ਨੇ, ਜਿਵੇਂ ਬਾਕੀ ਪਾਰਟੀਆਂ ਦੇ ਵਿੱਚ ਹੋ ਰਹੇ ਨੇ। ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੱਖ-ਵੱਖ ਵਿਰੋਧ ਤੁਹਾਨੂੰ ਦਿਖਾਈ ਦੇਗਾ ਵੱਖ-ਵੱਖ ਖੇਤਰਾਂ ਦੇ ਵਿੱਚ ਜਿੰਨੇ ਉਹਨਾਂ ਦੇ ਜਿਹੜੇ ਉਮੀਦਵਾਰ ਐਲਾਨੇ ਜਾਂਦੇ ਨੇ। ਇਸ ਤਰ੍ਹਾਂ ਅਕਾਲੀ ਦਲ ਦੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਮੀਦਵਾਰ ਐਲਾਨੇ ਗਏ ਤਾਂ ਕਾਫੀ ਵਿਰੋਧ ਜਿਹੜਾ ਹੈਗਾ ਸੀਗਾ ਉਹਦਾ ਸਾਹਮਣਾ ਕਰਨਾ ਪਿਆ ਸੀਗਾ। ਸੋ ਇਹੀ ਕਾਰਨ ਹੈ ਕਿ ਹਾਈ ਕਮਾਂਡ ਨੇ ਇਹ ਸਾਰੀ ਚੀਜ਼ ਤੋਂ ਬਚਣ ਦੇ ਲਈ ਇੱਕ ਵੱਡੀ ਚੋਣ ਕਮੇਟੀ ਜਿਹੜੀ ਹੈਗੀ ਹੈ ਜਿਹਦੇ ਵਿੱਚ ਜ਼ਿਲ੍ਹਿਆਂ ਤੋਂ ਲੈ ਕੇ ਉੱਪਰਲੇ ਜਿਹੜੇ ਸਟੇਟ ਲੈਵਲ ਦੇ ਲੀਡਰ ਨੇ ਉਹਨਾਂ ਨੂੰ ਸ਼ਾਮਲ ਕੀਤਾ ਹੈ। ਕੱਲੇ ਸਟੇਟ ਲੈਵਲ ਦੇ ਨਹੀਂ, ਆਪਾਂ ਕਹਿ ਸਕਦੇ ਹਾਂ ਕਿ
ਅੰਬਿਕਾ ਸੋਨੀ ਵਰਗੇ ਜਿਹੜੇ ਕਿ ਸੈਂਟਰ ਦੀ ਲੀਡਰਸ਼ਿਪ ਦੇ ਵਿੱਚ ਆਉਂਦੇ ਨੇ ਔਰ ਵੱਡਾ ਕੱਦ ਹੈ ਉਹਨਾਂ ਦਾ ਕਾਂਗਰਸ ਦੇ ਵਿੱਚ, ਉਹਨਾਂ ਨੂੰ ਵੀ ਇਸ ਚੋਣ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਸੋ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਇੱਕ ਚੰਗੀ ਪਿਰਤ ਪਾਈ ਹੈ, ਸ਼ੁਰੂਆਤ ਹੋਈ ਹੈ ਕਾਂਗਰਸ ਦੇ ਵਿੱਚ ਚੋਣ ਕਮੇਟੀ ਦੀ ਔਰ ਉਮੀਦਵਾਰਾਂ ਦੀ ਚੋਣ, ਕਿਉਂਕਿ ਬਹੁਤ ਸਿਰ ਤੇ ਹੈ, ਬਹੁਤ ਸਿਰ ਤੇ ਚੋਣਾਂ ਨੇ ਔਰ ਬਹੁਤ ਛੇਤੀ ਉਹਨਾਂ ਨੂੰ ਕਰਨੀ ਚਾਹੀਦੀ ਹੈ। ਸੋ ਉਮੀਦ ਕਰਦੇ ਹਾਂ ਕਿ ਇੰਨੇ ਵੱਡੇ ਲੋਕਾਂ ਇੰਨੇ ਵੱਡੇ ਲੀਡਰ ਇਸ ਲਿਸਟ ਦੇ ਵਿੱਚ ਹੈਗੇ, ਅੰਬਿਕਾ ਸੋਨੀ ਤੁਸੀਂ ਨਾਮ ਲਿਆ, ਪ੍ਰਤਾਪ ਸਿੰਘ ਬਾਜਵਾ, ਮਹਿੰਦਰ ਸਿੰਘ, KP ਰਾਜਿੰਦਰ ਕੌਰ ਪੱਟਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤੇ ਉਹਨਾਂ ਲੀਡਰਾਂ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਚੇਅਰਮੈਨ ਲਗਾਉਣਾ ਤਾਂ ਕਿਤੇ ਨਾ ਕਿਤੇ ਇਸ਼ਾਰਾ ਵੀ ਹੈ ਕਿ 22 ਦੇ ਵਿੱਚ ਸਿੱਧੂ ਦੇ ਹੱਥ ਹੀ ਕਮਾਨ ਹੋਊਗੀ, ਸਿੱਧੂ ਹੀ ਮੁੱਖ ਮੰਤਰੀ ਹੋਣਗੇ। ਬਿਲਕੁਲ, ਦੇਖੋ ਜੋ ਪਿਰਤ ਰਹੀ ਹੈ ਪਿਛਲੀ, ਆਪਾਂ ਜਦੋਂ ਦੇਖਦੇ ਹਾਂ ਇਤਿਹਾਸ ਦੇਖਦੇ ਹਾਂ ਕਾਂਗਰਸ ਦਾ, ਤਾਂ ਉਹਦੇ ਵਿੱਚ ਜਿਹੜਾ ਕਾਂਗਰਸ ਪ੍ਰਧਾਨ ਹੁੰਦਾ ਹੈ ਉਸੇ ਨੂੰ ਹੀ ਅਗਲੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਦਾ ਚਿਹਰਾ ਬਣਾਇਆ ਜਾਂਦਾ ਹੈ, ਮੁੱਖ ਮੰਤਰੀ ਦਾ, ਸਿੱਧੇ ਜਾਂ ਅਸਿੱਧੇ ਤੌਰ ਤੇ। ਸੋ ਇਹੀ ਦੇਖਣ ਨੂੰ ਮਿਲ ਰਿਹਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਵੀ ਜਿਵੇਂ ਆਪਾਂ ਦੇਖਿਆ ਹੈ ਕਿ ਕਈ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਜਿਸ ਤਰ੍ਹਾਂ ਦੇ ਬਿਆਨ ਆਉਂਦੇ ਰਹੇ ਨੇ, ਉਹਨਾਂ ਨੇ ਇਹੀ ਕਿਹਾ ਸੀਗਾ ਕਿ ਮੈਂ ਹੁਣ ਸ਼ੋਅ ਪੀਸ ਨਹੀਂ ਬਣਨ ਵਾਲਾ, ਯਾਨੀ ਕਿ ਉਹਨਾਂ ਦਾ ਮਤਲਬ ਸੀਗਾ ਕਿ ਜੇ ਪਹਿਲਾਂ ਵਾਂਗ ਹੀ ਉਹਨਾਂ ਨੂੰ ਵਰਤ ਕੇ ਉਹਨਾਂ ਨੂੰ ਇੱਕ ਵਾਰੀ ਜਿਤਾ ਕੇ, ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕਈ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਜਿਤਾ ਚੁੱਕਿਆ, ਵੱਖ-ਵੱਖ ਪਾਰਟੀਆਂ ਨੂੰ, ਕਾਂਗਰਸ ਦੀਆਂ ਚੋਣਾਂ ਵੀ ਜਿਤਾਈਆਂ, ਇਸ ਤੋਂ ਪਹਿਲਾਂ ਅਕਾਲੀ BJP ਦੀਆਂ ਚੋਣਾਂ ਉਹਨਾਂ ਨੇ ਕਿਹਾ ਕਿ ਮੈਂ ਜਿਤਾ ਚੁੱਕਿਆ, ਪਰ ਮੈਨੂੰ ਸਿਰਫ ਤੇ ਸਿਰਫ ਉਹਨਾਂ ਨੇ ਸ਼ੋਅ ਪੀਸ ਜਿਹੜਾ ਹੈਗਾ ਬਣਾ ਕੇ ਰੱਖਿਆ ਔਰ ਇਹ ਹੁਣ ਮੈਂ ਨਹੀਂ ਬਣਾਂਗਾ ਔਰ ਮੈਂ ਅਗਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਆਪਣੀ ਕਾਰਵਾਈ ਜਿਹੜੀ ਹੈਗੀ ਹੈ, ਜੋ ਮੇਰਾ ਬਣਦਾ ਹੱਕ ਹੈ ਉਹ ਮੈਂ ਜ਼ਰੂਰ ਮੰਗਾਂਗਾ, ਉਹਦੇ ਲਈ ਲੜਾਂਗਾ। ਸੋ ਇਸ ਕਰਕੇ ਲਗਾਤਾਰ ਆਪਾਂ ਜਦੋਂ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਜੋ ਬਿਆਨ ਆ ਰਹੇ ਨੇ, ਉੱਥੋਂ ਹੀ ਲੱਗ ਰਿਹਾ ਹੈ ਕਿ 22 ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਬਣਾਇਆ ਜਾ ਸਕਦਾ ਹੈ। ਖਾਸ ਤੌਰ ਤੇ ਇਸ ਚੋਣ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਲਾਜ਼ਮੀ ਤੌਰ ਤੇ ਜਦੋਂ ਅਸੀਂ ਗੱਲ ਕਰਾਂਗੇ ਤਾਂ ਆਪਾਂ ਕਹਿ ਸਕਦੇ ਹਾਂ ਕਿ 22 ਦੇ ਵਿੱਚ ਉਹ ਚਿਹਰਾ ਹੋ ਸਕਦੇ ਨੇ ਕਾਂਗਰਸ ਪਾਰਟੀ ਦਾ। ਸੁਖਵਿੰਦਰ ਜੀ, ਬਿਲਕੁਲ। ਆਪਾਂ ਅਗਲੀ ਖਬਰ ਦੀ ਜੇਕਰ ਗੱਲਬਾਤ ਕਰੀਏ, ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਰੈਲੀ ਕੀਤੀ ਕਿ ਬਠਿੰਡੇ ਦੇ ਵਿੱਚ, ਤੇ ਬਠਿੰਡੇ ਦੇ ਵੱਡੇ ਮੰਤਰੀ ਜਿਹੜੇ ਆ ਰਾਜਾ ਵੜਿੰਗ ਦਾ ਮੌਜੂਦ ਰਹੇ, ਪਰ ਬਠਿੰਡੇ ਦੇ ਹੀ ਇੱਕ ਹੋਰ ਵੱਡੇ ਮੰਤਰੀ ਜਿਹੜੇ ਮਨਪ੍ਰੀਤ ਸਿੰਘ ਬਾਦਲ ਨੇ ਉਹ ਮੌਜੂਦ ਨਹੀਂ ਹੋਏ, ਜਦਕਿ ਨਾਲ ਦੇ ਹੀ ਹਲਕੇ ਦੇ ਵਿੱਚ ਰੈਲੀ ਸੀਗੀ, ਪਰ ਫਿਰ ਵੀ ਮਨਪ੍ਰੀਤ ਬਾਦਲ ਮੌਜੂਦ ਨਹੀਂ ਹੋਏ। ਤੇ ਨਾਲ ਹੀ ਨਾਲ ਜਿਹੜੇ ਮਨਪ੍ਰੀਤ ਸਿੰਘ ਬਾਦਲ ਦੇ ਵਿਰੋਧੀ ਸੀ ਉਹਨਾਂ ਨੂੰ ਇੱਕ ਤਰੀਕੇ ਨਾਲ ਉਮੀਦਵਾਰ ਉੱਥੋਂ ਐਲਾਨ ਦਿੱਤਾ ਨਵਜੋਤ ਸਿੰਘ ਸਿੱਧੂ ਨੇ। ਕਿਵੇਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਸਿੰਘ ਬਾਦਲ ਨੂੰ ਖੂੰਜੇ ਲਾ ਰਹੇ ਨੇ, ਹਾਈਕਮਾਨ ਦੇ ਇਸ਼ਾਰੇ ਤੇ ਹੋ ਰਿਹਾ, ਜਾਂ ਫਿਰ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ? ਜੀ, ਜਦੋਂ ਅਸੀਂ ਦੇਖਦੇ ਹਾਂ ਨਵਜੋਤ ਸਿੰਘ ਸਿੱਧੂ ਦੀ ਪਿਛਲੇ ਦਿਨਾਂ ਦੇ ਵਿੱਚ ਕਾਰਵਾਈ ਔਰ ਖਾਸ ਤੌਰ ਤੇ ਜੋ ਰਾਜਾ ਵੜਿੰਗ ਹੋਰਾਂ ਦੇ ਨਾਲ ਉਹਨਾਂ ਦਾ ਸਬੰਧ ਹੈ, ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਸੁਖਾਵਾਂ ਸਬੰਧ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਜਿਹੜੀ ਦੋਸਤੀ ਹੈ ਉਹ ਕਾਫੀ ਜਿਹੜੀ ਹੈਗੀ ਹੈ ਚਰਚਾ ਦੇ ਵਿੱਚ ਰਹੀ ਹੈ ਔਰ ਹੁਣ ਵੀ ਚਰਚਾ ਦੇ ਵਿੱਚ ਹੈ। ਔਰ ਖਾਸ ਤੌਰ ਤੇ ਜਿਹੜੀ ਕੱਲ ਰੈਲੀ ਹੋਈ ਹੈ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਖਾਸਮ ਖਾਸ ਬੰਦਾ ਜਿਹੜਾ ਹੈਗਾ MLA ਦੇ ਤੌਰ ਤੇ ਉੱਥੋਂ ਬਠਿੰਡੇ ਤੋਂ ਖੜਾ ਕੀਤਾ ਹੈ ਔਰ ਉਸ MLA ਦੇ ਬਾਰੇ ਜਦੋਂ ਅਸੀਂ ਦੇਖਦੇ ਹਾਂ ਔਰ ਉਹਦੀ ਉਮੀਦਵਾਰ ਜਦੋਂ ਐਲਾਨ ਦਿੱਤਾ ਗਿਆ ਔਰ ਉਹਦੀ ਬਹੁਤ ਜ਼ਿਆਦਾ ਉਹਦੇ ਉੱਤੇ ਤਾੜੀਆਂ ਵੀ ਵੱਜੀਆਂ ਔਰ ਲੋਕਾਂ ਨੇ ਨਾਅਰੇ ਵੀ ਲਾਏ, ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਨਾਅਰੇ ਉਸ ਰੈਲੀ ਦੇ ਵਿੱਚ ਸੁਣਾਈ ਦਿੱਤੇ ਗਏ। ਸੋ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਰਾਜਾ ਵੜਿੰਗ ਹੋਰਾਂ ਦਾ ਵੀ ਉਹ ਜਿਹੜਾ ਹੈਗਾ ਉਮੀਦਵਾਰ ਖਾਸਮ ਖਾਸ ਹੈ। ਪਰ ਇੱਥੇ ਜਦੋਂ ਅਸੀਂ ਦੂਜੇ ਪਾਸੇ ਵੇਖਦੇ ਹਾਂ ਕਿ ਮਨਪ੍ਰੀਤ ਬਾਦਲ ਹੋਰਾਂ ਦਾ ਜਿਹੜਾ ਹੈਗਾ ਕਿਤੇ ਨਾ ਕਿਤੇ ਜਾ ਕੇ ਜਿਹੜੀ ਬਠਿੰਡੇ ਤੋਂ, ਕਿਉਂਕਿ ਬਠਿੰਡੇ ਤੋਂ ਚੋਣ ਲੜਦੇ ਆ ਰਹੇ ਆ ਔਰ ਬਠਿੰਡੇ ਤੋਂ ਜਿਹੜੀਆਂ ਨੇ ਸੰਭਾਵਨਾਵਾਂ ਉਹਨਾਂ ਨੂੰ ਕਾਫੀ ਲੱਗਦੀਆਂ, ਪਿਛਲੇ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੋਣ, ਉਹਨਾਂ ਦੀ ਪਕੜ ਜਿਹੜੀ ਹੈਗੀ ਹੈ, ਚਾਹੇ ਉਹ ਆਪਾਂ ਕਹਿ ਸਕਦੇ ਹਾਂ ਕਿ ਗਿੱਦੜਬਾਹਾ ਹੋਵੇ ਚਾਹੇ ਬਠਿੰਡਾ ਹੋਵੇ, ਮਨਪ੍ਰੀਤ ਬਾਦਲ ਹੋਰਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇੱਥੇ ਉਹਨਾਂ ਦੀ ਪਕੜ ਜਿਹੜੀ ਹੈਗੀ ਹੈ ਜ਼ਿਆਦਾ ਰਹੇ, ਪਰ ਇੱਥੇ ਪਕੜ ਜਿਹੜੀ ਹੈਗੀ ਹੈ ਇਸ ਵੇਲੇ ਢਿੱਲੀ ਹੁੰਦੀ ਨਜ਼ਰ ਆ ਰਹੀ ਹੈ। ਉਹਦਾ ਵੱਡਾ ਕਾਰਨ ਇਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਚਾਹੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਥਰਮਲ ਪਲਾਂਟ ਨੂੰ ਖਤਮ ਕੀਤਾ ਗਿਆ ਸੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਉੱਤੇ ਬਣਿਆ ਹੋਇਆ, ਤਾਂ ਉਹਦੇ ਵਿੱਚ ਵੀ ਕਾਫੀ ਵਿਰੋਧ ਮਨਪ੍ਰੀਤ ਬਾਦਲ ਹੋਰਾਂ ਦਾ ਹੋਇਆ ਸੀਗਾ। ਇਸੇ ਤਰ੍ਹਾਂ ਖਜ਼ਾਨਾ ਮੰਤਰੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਚਾਹੇ ਉਹ ਅਕਾਲੀ ਦਲ BJP ਦੀ ਸੱਤਾ ਹੋਵੇ 10 ਸਾਲ ਦੀ, ਚਾਹੇ ਉਹ ਇਸ ਵੇਲੇ ਕਾਂਗਰਸੀ ਸੱਤਾ ਹੋਵੇ, ਉਹ ਇੱਕ ਖਜ਼ਾਨਾ ਮੰਤਰੀ ਰਹੇ ਨੇ ਔਰ ਖਜ਼ਾਨਾ ਲਗਭਗ ਉਹਨਾਂ ਦਾ ਖਾਲੀ ਹੀ ਰਿਹਾ ਹੈ ਔਰ ਜਿਹਦੇ ਕਰਕੇ ਇੱਕ ਵੱਡਾ ਵਿਰੋਧ ਆਮ ਲੋਕਾਂ ਦੇ ਵਿੱਚ ਵੇਖਣ ਨੂੰ ਮਿਲਿਆ, ਚਾਹੇ ਬਠਿੰਡੇ ਦੇ ਵਿੱਚ ਹੋਵੇ, ਚਾਹੇ ਗਿੱਦੜਬਾਹੇ ਦੇ ਵਿੱਚ ਹੋਵੇ, ਚਾਹੇ
ਨੇੜਲੇ ਜਿਹੜੇ ਹੋਰ ਇਲਾਕਿਆਂ ਦੇ ਵਿੱਚ ਹੋਵੇ। ਔਰ ਉਹਦਾ ਨਤੀਜਾ ਹੈ ਕਿ ਕਾਫੀ ਵੱਡੇ ਵਿਰੋਧ ਦੇ ਵਿੱਚ ਜਦੋਂ ਦੂਸਰੇ ਉਮੀਦਵਾਰ ਨੂੰ ਤੁਸੀਂ ਖੜਾ ਕਰੋਗੇ, ਇਹੀ ਜਿਹੜੇ ਬਾਕੀ ਉਮੀਦਵਾਰ ਨੇ ਇਹ ਰੌਲਾ ਪਾਉਂਦੇ ਆ ਰਹੇ ਨੇ ਕਿ ਭਾਈ ਸਾਡੀ ਸੁਣੀ ਨਹੀਂ ਜਾ ਰਹੀ। ਜਦੋਂ ਤੁਹਾਡਾ ਖਜ਼ਾਨਾ ਹੀ ਖਾਲੀ ਹੋ ਜਾਏ ਤਾਂ ਤੁਸੀਂ ਜਿਹੜੇ ਆਪਣੇ ਵਾਅਦੇ ਨੇ, ਜਿਹੜੇ ਤੁਸੀਂ ਲੋਕਾਂ ਨਾਲ ਕੀਤੇ ਹੋਏ ਨੇ, ਤੁਸੀਂ ਉਹ ਪੂਰੇ ਨਹੀਂ ਕਰ ਸਕਦੇ। ਔਰ ਨਤੀਜਾ ਕੀ ਹੈ ਕਿ ਇੱਕ ਤੁਹਾਨੂੰ ਵੱਡਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰ ਇਹੀ ਵਿਰੋਧ ਦਾ ਸਾਹਮਣਾ ਮਨਪ੍ਰੀਤ ਬਾਦਲ ਇਸ ਵੇਲੇ ਕਰ ਰਹੇ ਦਿਖਾਈ ਦਿੰਦੇ ਨੇ। ਔਰ ਉਹਦਾ ਨੁਕਸਾਨ ਉਹਨਾਂ ਨੂੰ ਹੋ ਸਕਦਾ ਹੈ ਕਿ 22 ਦੀਆਂ ਚੋਣਾਂ ਦੇ ਵਿੱਚ ਹੋਵੇ। ਔਰ ਉਹਨਾਂ ਦੇ ਜਿਹੜੇ ਵਿਰੋਧੀ ਧੜਾ ਹੈ ਕਾਂਗਰਸ ਦੇ ਵਿੱਚ, ਉਹ ਇਸ ਵੇਲੇ ਹਾਵੀ ਹੋ ਰਿਹਾ ਹੈ। ਔਰ ਇਹਦਾ ਨਤੀਜਾ ਆਪਾਂ ਦੇਖ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਔਰ ਰਾਜਾ ਵੜਿੰਗ ਹੋਰਾਂ ਨੇ ਇੱਕ ਆਪਣਾ ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤਾ ਹੈ। ਹਾਲਾਂਕਿ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਇੱਕ ਆਫੀਸ਼ੀਅਲ ਤੌਰ ਤੇ ਕੋਈ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਇਹ ਚੋਣ ਕਮੇਟੀ ਜਿਹੜੀ ਹੈਗੀ ਆ ਹਜੇ ਬਣੀ ਹੈ, ਉਹਦੇ ਪ੍ਰਧਾਨ ਲਗਾਏ ਗਏ ਨੇ। ਪਰ ਸਿੱਧੇ ਤੌਰ ਤੇ ਜ਼ਰੂਰ ਆਪਾਂ ਇੱਥੇ ਨਵਜੋਤ ਸਿੰਘ ਸਿੱਧੂ ਦਾ ਪਲੜਾ ਭਾਰੀ ਹੁੰਦਾ ਵੇਖ ਰਹੇ ਹਾਂ। ਔਰ ਦੂਜੇ ਪਾਸੇ ਜਦੋਂ ਅਸੀਂ ਮਨਪ੍ਰੀਤ ਬਾਦਲ ਦਾ ਪਲੜਾ ਵੇਖਦੇ ਹਾਂ ਤਾਂ ਕਾਫੀ ਉਹਨਾਂ ਦਾ ਗ੍ਰਾਫ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਹੀ ਨੀਚੇ ਨੂੰ ਜਾਂਦਾ ਹੈ ਹੋਇਆ ਦਿਖਾਈ ਦੇ ਰਿਹਾ ਹੈ। ਸੁਖਵਿੰਦਰ ਜੀ, ਉਧਰ ਆਮ ਆਦਮੀ ਪਾਰਟੀ ਵੀ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਕਾਂਗਰਸ ਦੇ 4 ਮੰਤਰੀ ਜਿਹੜੇ ਆ ਸਾਡੇ ਨਾਲ ਸ਼ਾਮਲ ਹੋਣ ਨੂੰ ਫਿਰਦੇ ਆ ਤੇ ਜਲਦੀ ਹੀ ਕਹਿੰਦੇ ਸ਼ਾਮਲ ਹੋ ਵੀ ਜਾਣਗੇ। ਤਾਂ ਕਿਵੇਂ ਦੇਖਦੇ ਹੋ ਕਿ ਵਾਕਈ ਇਹ ਗੱਲ ਸੱਚੀ ਹੈ, ਕਾਂਗਰਸ ਦੇ 4 ਮੰਤਰੀ ਆਪ 'ਚ ਜਾ ਰਹੇ ਆ ਜਾਂ ਫਿਰ ਸਿਰਫ ਇੱਕ ਹਵਾ ਬਣਾਉਣ ਦੀ ਗੱਲ ਹੈ? ਸੁਖਵਿੰਦਰ ਜੀ, ਆਪਾਂ ਪਹਿਲਾਂ ਵੀ ਇਹਦੇ ਬਾਰੇ ਜ਼ਿਕਰ ਕਰ ਰਹੇ ਹਾਂ ਕਿ ਹੁਣ ਚੋਣਾਂ ਦਾ ਮੌਸਮ ਆਇਆ। ਔਰ ਚੋਣਾਂ ਦੇ ਮੌਸਮ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਕਿ ਜਿਵੇਂ ਡੱਡੂ ਜਿਹੜੇ ਨੇ ਉਹ ਟਰੈਂ ਕਰਦੇ ਫਿਰਦੇ ਨੇ, ਛਾਲਾਂ ਮਾਰਦੇ ਫਿਰਦੇ ਨੇ, ਛੜੱਪੇ ਮਾਰਦੇ ਫਿਰਦੇ ਨੇ। ਔਰ ਜਦੋਂ ਮੀਂਹ ਦਾ ਮੌਸਮ ਹੁੰਦਾ ਹੈ, ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚ ਜਿਹੜੇ ਨੇ ਇੱਧਰ ਉੱਧਰ ਛੜੱਪੇ ਤੁਹਾਨੂੰ ਵੱਜਦੇ ਦਿਖਾਈ ਦੇਣਗੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਦੇਖਿਆ ਹੈ ਕਿ ਕਾਂਗਰਸ ਦੇ ਬੰਦੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਔਰ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਵੱਡੇ ਲੀਡਰ ਵੀ ਸ਼ਾਮਲ ਸੀਗੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿੱਚ ਆ ਗਏ ਔਰ ਅਕਾਲੀ ਦਲ ਦੇ ਬੀਜੇਪੀ ਦੇ ਵਿੱਚ ਚਲੇ ਗਏ, ਬੀਜੇਪੀ ਵਾਲੇ ਅਕਾਲੀ ਦਲ ਦੇ ਵਿੱਚ ਪੱਟੇ ਗਏ। ਔਰ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਆਪਸੀ ਜਿਹੜੀ ਇਸ ਵੇਲੇ ਇੱਕ ਦੂਜੇ ਦੀਆਂ ਪਾਰਟੀਆਂ ਦੇ ਵਿੱਚ ਆਵਾਗਮਨ ਹੈ, ਇਹ ਇੱਕ ਕੁਦਰਤੀ ਵਰਤਾਰਾ ਹੈ ਚੋਣਾਂ ਦੇ ਸਮੇਂ। ਸੋ ਇਸ ਨੂੰ ਲੈ ਕੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੱਚਾਈ ਕੋਈ ਨਜ਼ਰ ਨਹੀਂ ਆਉਂਦੀ, ਪਰ ਹੋ ਸਕਦਾ ਹੈ ਕਿਉਂਕਿ ਸਿਆਸਤ ਹੈ, ਸਿਆਸਤ ਦੇ ਵਿੱਚ ਹਰ ਚੀਜ਼ ਜਿਹੜੀ ਹੈਗੀ ਹੈ ਸੰਭਵ ਹੁੰਦੀ ਹੈ। ਔਰ ਇਹਦੇ ਵਿੱਚ ਨਾ ਕੋਈ ਦੁਸ਼ਮਣ ਹੁੰਦਾ ਹੈ, ਨਾ ਕੋਈ ਦੋਸਤ ਹੁੰਦਾ ਹੈ, ਨਾ ਕੋਈ ਆਪਣੀ ਕਿਸੇ ਦੀ ਪੱਕੀ ਪਾਰਟੀ ਹੁੰਦੀ ਹੈ। ਔਰ ਕੈਪਟਨ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਕਹਿੰਦੇ ਸੀਗੇ ਮੈਂ ਪੱਕਾ ਕਾਂਗਰਸੀ ਹਾਂ ਔਰ ਕਹਿੰਦੇ ਸੀਗੇ ਮੈਂ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾ ਕੇ ਹਟਾਂਗਾ। ਔਰ ਅੱਜ ਦੇਖ ਰਹੇ ਹਾਂ ਆਪਾਂ ਕਿ ਕੈਪਟਨ ਸਾਹਿਬ ਅੱਜ ਆਪਣੀ ਵੱਖਰੀ ਪਾਰਟੀ ਬਣਾ ਚੁੱਕੇ ਨੇ, ਬੀਜੇਪੀ ਦੇ ਨਾਲ ਉਹ ਜਾਣਾ ਚਾਹੁੰਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਚੋਣਾਂ ਦੇ ਦੌਰਾਨ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਇਹ ਕੁਦਰਤੀ ਵਰਤਾਰਾ ਹੁੰਦਾ ਹੈ। ਸੋ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਅਸੀਂ ਜਿਹੜੀ ਹੈਗੀ ਹੈ ਸ਼ੁਰਲੀ ਛੱਡ ਕੇ ਜਿਹੜਾ ਹੈਗਾ ਲੋਕਾਂ ਦਾ ਧਿਆਨ ਭਟਕਾਈਏ, ਪਰ ਇਹਦੇ ਵਿੱਚ ਕੋਈ ਸੱਚਾਈ ਜਿਹੜੀ ਹੈਗੀ ਹੈ ਉਹ ਕਿਸੇ ਕਿਸਮ ਦੀ ਨਜ਼ਰ ਨਹੀਂ ਆ ਰਹੀ। ਔਰ ਉਹਨਾਂ ਨੇ ਇਹੀ ਕਿਹਾ ਕਿ ਇਹਨਾਂ ਦੇ ਉੱਤੇ ਜਿਹੜਾ ਹੈਗਾ ਰੇਤਾ ਬਾਜਰੀ ਜਾਂ ਮਾਫੀਏ ਵਾਲੀ ਜਿਹੜੀ ਹੈਗੀ ਹੈ ਗੱਲਬਾਤ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਸ ਤਰ੍ਹਾਂ ਦੇ ਮੰਤਰੀਆਂ ਨੂੰ ਅਸੀਂ ਨਹੀਂ ਲੈਣਾ ਚਾਹਾਂਗੇ, ਪਰ ਸਾਡੇ ਟੱਚ ਦੇ ਵਿੱਚ ਜ਼ਰੂਰ ਨੇ। ਪਰ ਇਹਦੇ ਵਿੱਚ ਜਦੋਂ ਅਸੀਂ ਸੱਚਾਈ ਦੀ ਗੱਲ ਕਰਦੇ ਹਾਂ ਤਾਂ ਸੱਚ ਕੋਈ ਨਜ਼ਰ ਨਹੀਂ ਆ ਰਿਹਾ। ਔਰ ਇਹ ਮੈਨੂੰ ਲੱਗਦਾ ਹੈ ਕਿ ਜਦੋਂ ਕਿਸੇ ਨੇ ਜਿਹੜਾ ਜੁਆਇਨ ਕਰਨਾ ਹੁੰਦਾ ਹੈ, ਪਾਰਟੀ ਨੂੰ ਬਦਲਣਾ ਹੁੰਦਾ ਹੈ, ਉਹ ਤਾਂ ਸਿਰਫ ਉਸੇ ਦਿਨ ਹੀ ਪਤਾ ਲੱਗਦਾ ਹੈ ਕਿ ਫਲਾਣਾ ਬੰਦਾ ਆ ਚੁੱਕਿਆ ਹੈ। ਪਹਿਲਾਂ ਜਿਹੜੀਆਂ ਨੇ ਜਦੋਂ ਕਿਆਸ ਰਾਈਆਂ ਹੁੰਦੀਆਂ ਨੇ ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਚਾਈ ਹੈ, ਉਹਦੇ ਵਿੱਚ ਸੱਚ ਕੋਈ ਨਹੀਂ ਹੈ। ਔਰ ਸੱਚ ਉਹੀ ਹੁੰਦਾ ਹੈ ਕਿ ਜਿਹੜੀ ਚੀਜ਼ ਜਦੋਂ ਪੱਕੇ ਤੌਰ ਤੇ ਕੋਈ ਸਾਹਮਣੇ ਆਉਂਦੀ ਹੈ, ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਤੁਹਾਡੇ ਕੋਲ ਜਿਹੜੇ ਨੇ ਇੰਨੇ ਪਾਰਟੀ ਮੈਂਬਰ ਜਾਂ ਪਾਰਟੀ ਉਮੀਦਵਾਰ ਜਾਂ ਐਮਐਲਏ ਸਾਹਿਬਾਨ ਜਾਂ ਮਿਨਿਸਟਰ ਸਾਹਿਬਾਨ ਉਹ ਇੰਨੇ ਇੱਧਰ ਚਲੇ ਗਏ ਫਲਾਨੀ ਪਾਰਟੀ ਦੇ ਵਿੱਚ, ਇੰਨੇ ਛੱਡ ਕੇ ਦੂਜੀ ਪਾਰਟੀ ਚਲੇ ਗਏ। ਇਹ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਸਾਰੀਆਂ ਚੀਜ਼ਾਂ ਵਾਪਰ ਜਾਣ। ਪਰ ਪਹਿਲਾਂ ਜਿਹੜੀਆਂ ਨੇ ਇਹ ਸਿਰਫ ਕਿਆਸ ਰਾਈਆਂ ਹੁੰਦੀਆਂ ਨੇ, ਲੋਕਾਂ ਨੂੰ ਜਿਹੜਾ ਹੈਗਾ ਲੋਕਾਂ ਦਾ ਧਿਆਨ ਭਟਕਾ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ, ਇੱਕ ਦੂਜੀਆਂ ਪਾਰਟੀਆਂ ਕਰਦੀਆਂ ਨੇ। ਔਰ ਇਹਦੇ ਵਿੱਚ ਵੀ ਮੈਨੂੰ ਇਹ ਕੋਈ ਸੱਚਾਈ ਜਿਹੜੀ ਹੈਗੀ ਹੈ ਨਜ਼ਰ ਨਹੀਂ ਆ ਰਹੀ। ਸੁਖਵਿੰਦਰ ਜੀ, ਬਿਲਕੁਲ। ਅਗਲੀ ਖਬਰ ਦੀ ਡਾਕਟਰ ਸਾਹਿਬ ਆਪਾਂ ਗੱਲਬਾਤ ਕਰੀਏ ਤਾਂ ਕਿਸਾਨ ਲੀਡਰ ਵੀ ਹੁਣ ਆਪਸ ਦੇ ਵਿੱਚ ਭਿੜਦੇ ਦਿਖਾਈ ਦੇ ਰਹੇ ਆ। ਡੱਲੇਵਾਲ ਦਾ ਬਿਆਨ ਆਇਆ ਕਿ ਸਾਡੇ ਬਹੁਤ ਸਾਰੇ ਕਿਸਾਨ ਲੀਡਰ ਮੁੱਖ ਮੰਤਰੀ ਬਣਨ ਨੂੰ ਕਾਹਲੇ ਆ। ਤਾਂ ਕਿਵੇਂ ਦੇਖਦੇ ਉਹਨਾਂ ਦੇ ਇਸ ਬਿਆਨ ਨੂੰ? ਤੇ ਨਾਲ ਹੀ ਨਾਲ ਉਹਨਾਂ ਨੇ ਕਰੋੜਾਂ ਰੁਪਏ ਦੇ ਗੱਲ ਕਰਤੀ ਕਿ ਭਾਈ ਕਰੋੜਾਂ ਰੁਪਏ ਬਾਰੇ ਵੀ ਗੱਲਬਾਤ ਕਰ ਰਹੇ ਨੇ ਲਗਾਤਾਰ, ਤੇ ਨਾਲ ਇਹ ਵੀ ਗੱਲ ਕਹਿਤੀ ਕਿ ਸਾਡੇ ਆਗੂ
ਮੁੱਖ ਮੰਤਰੀ ਬਣਨ ਨੂੰ ਕਾਹਲੇ ਆ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਕਿਸਾਨ ਜਥੇਬੰਦੀਆਂ ਪਾਟ ਰਹੀਆਂ ਨੇ ਆਪਸ ਦੇ ਵਿੱਚ, ਜਦਕਿ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਕਿ ਸੰਘਰਸ਼ ਵਿੱਢਿਆ ਜਾਊਗਾ, ਪੰਜਾਬ ਦੇ ਲੋਕਾਂ ਨੂੰ ਵੀ ਰਾਹਤ ਦਵਾਈ ਜਾਊਗੀ ਕਿਸਾਨ ਜਥੇਬੰਦੀਆਂ ਦੇ ਵੱਲੋਂ, ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ। ਕੀ ਲੱਗਦਾ? ਸੁਖਵਿੰਦਰ ਜੀ, ਜਦੋਂ ਤੋਂ ਮੋਰਚਾ ਖਤਮ ਹੋਇਆ ਹੈ ਔਰ ਖਾਸ ਤੌਰ ਤੇ ਆਪਾਂ 3 ਕਾਲੇ ਕਾਨੂੰਨਾਂ ਨੂੰ ਮੋਦੀ ਸਰਕਾਰ ਨੇ ਵਾਪਸ ਲਿਆ ਹੈ ਔਰ ਇਸ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਆਪਾਂ ਦੇਖ ਰਹੇ ਹਾਂ ਕਿ ਜਿਹੜੀਆਂ 32 ਜਥੇਬੰਦੀਆਂ ਨੇ, ਇਹ ਇੱਕ ਵੱਖ-ਵੱਖ ਵਿਚਾਰਧਾਰਾਵਾਂ ਨੂੰ ਲੈ ਕੇ ਇਹਨਾਂ ਨੇ ਕਾਮਨ ਮਿਨੀਮਮ ਪ੍ਰੋਗਰਾਮ ਬਣਾਇਆ ਸੀਗਾ ਕਿ ਅਸੀਂ 3 ਕਾਲੇ ਕਾਨੂੰਨ ਵਾਪਸ ਕਰਾਵਾਂਗੇ ਔਰ ਇੱਕ ਨਵਾਂ MSP ਵਾਲਾ ਕਾਨੂੰਨ ਜਿਹੜਾ ਹੈਗਾ ਉਹ ਲੈ ਕੇ ਆਵਾਂਗੇ। ਪਰ ਹੁਣ ਇਸ ਵੇਲੇ ਜਦੋਂ ਆਪਾਂ ਦੇਖ ਰਹੇ ਹਾਂ ਸਾਰਾ ਸਿਨੈਰੀਓ ਪੰਜਾਬ ਦਾ, ਤਾਂ ਪੰਜਾਬ ਦੇ ਵਿੱਚ ਜਿਵੇਂ ਵੱਖ-ਵੱਖ ਵਿਚਾਰਧਾਰਾਵਾਂ ਦੀਆਂ 32 ਜਥੇਬੰਦੀਆਂ ਇਕੱਠੀਆਂ ਹੋਈਆਂ ਸੀਗੀਆਂ, ਉਹ ਇਸ ਵੇਲੇ ਇੱਕ ਦੂਜੇ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਲਾਉਂਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਜਿਹੜੀ એનર્ਜੀ ਸੀਗੀ, ਉਹਨਾਂ ਨੂੰ એનર્ਜੀ ਮਿਲੀ ਸੀਗੀ, ਉਹਨਾਂ ਨੇ ਇੱਕ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਲਗਾਈ ਸੀਗੀ। ਪਰ ਇਸ ਵੇਲੇ ਕੀ ਆ, ਕਿਉਂਕਿ ਉਹ ਡਾਇਰੈਕਸ਼ਨ ਹੁਣ ਖਤਮ ਹੋ ਗਈ, ਉੱਥੋਂ ਤੁਸੀਂ ਵਾਪਸ ਆ ਗਏ, ਤਾਂ ਪੰਜਾਬ ਦੇ ਵਿੱਚ ਚਾਹੀਦਾ ਤਾਂ ਇਹ ਸੀਗਾ ਕਿ MSP ਨੂੰ ਲੈ ਕੇ ਜਾਂ ਕਰਜ਼ਾ ਮਾਫੀ ਨੂੰ ਲੈ ਕੇ ਜਾਂ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੀਆਂ ਹੋਰ ਬੁਨਿਆਦੀ ਮੰਗਾਂ ਨੇ ਜਾਂ ਅਗਲੀ ਜਿਹੜੀ ਪਲੈਨਿੰਗ ਕੀ ਹੋਵੇ, ਸਰਕਾਰਾਂ ਕਿਸ ਤਰ੍ਹਾਂ ਦੇ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਦੇ ਮੈਨੀਫੈਸਟੋ ਬਣਾਉਣ, ਕਿਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਉਣ, ਉਸ ਤਰ੍ਹਾਂ ਦਾ ਦਬਾਅ ਬਣਾਉਣ ਦੇ ਲਈ, ਪ੍ਰੈਸ਼ਰ ਜਿਹੜਾ ਹੈਗਾ ਪ੍ਰੈਸ਼ਰ ਗਰੁੱਪ ਬਣਾਉਣ ਦੇ ਲਈ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਸੀਗੀ, ਆਪਣੀ ਏਕਤਾ ਤੇ ਸੰਘਰਸ਼ ਕਰਨ ਦੀ ਲੋੜ ਸੀਗੀ। ਪਰ ਇੱਥੇ ਅਸੀਂ ਦੇਖ ਰਹੇ ਹਾਂ ਕਿ ਇੱਕ ਦੂਜੇ ਦੇ ਉੱਤੇ ਦੋਸ਼ ਸੁੱਟ ਕੇ ਕਿ ਫਲਾਣਾ ਜਿਹੜਾ ਹੈਗਾ ਮੰਤਰੀ ਬਣਨਾ ਚਾਹੁੰਦਾ ਹੈ, ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਇਦਾਂ ਦੇ ਜਦੋਂ ਤੁਸੀਂ ਦੋਸ਼ ਲਾਉਣੇ ਹੋ ਤਾਂ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਇਸ ਕਿਸਾਨ ਸੰਘਰਸ਼ ਨੂੰ ਕਿਤੇ ਨਾ ਕਿਤੇ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ ਵੱਖ-ਵੱਖ, ਕਿਉਂਕਿ ਇਹਨਾਂ ਲੀਡਰਾਂ ਦੇ ਪਿੱਛੇ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦਾ ਕਿਤੇ ਨਾ ਕਿਤੇ ਜਿਹੜਾ ਹੈਗਾ ਉਹਦੇ ਚ ਪ੍ਰੈਸ਼ਰ ਜ਼ਰੂਰ ਸੀਗਾ। ਸੋ ਉਹੀ ਨਜ਼ਰ ਆ ਰਿਹਾ। ਸਗੋਂ ਅਸੀਂ ਤਾਂ ਇਹੀ ਅੱਜ ਆਪਣੇ ਚੈਨਲ ਦੇ ਰਾਹੀਂ ਕਹਾਂਗੇ ਕਿ ਜਿਹੜੀਆਂ 32 ਜਥੇਬੰਦੀਆਂ ਇਕੱਠੀਆਂ ਹੋ ਕੇ ਆਪਸ ਦੇ ਵਿੱਚ ਏਕਤਾ ਕਰਕੇ ਸੰਘਰਸ਼ ਉਹਨਾਂ ਨੇ ਕੀਤਾ ਸੀਗਾ ਔਰ ਜਿੱਤ ਹਾਸਲ ਕੀਤੀ ਸੀਗੀ, ਹਜੇ ਕੋਈ ਉਹ ਸਮਾਪਤ ਨਹੀਂ ਹੋਇਆ, ਖਤਮ ਨਹੀਂ ਹੋਇਆ। ਸਗੋਂ ਲੋੜ ਇਸ ਵੇਲੇ ਇਹੀ ਆ ਕਿ ਆਪਣੀ ਏਕਤਾ ਨੂੰ ਜਾਰੀ ਰੱਖਣ, ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ, ਚਾਹੇ NRI ਹੋਣ, ਚਾਹੇ ਪੰਜਾਬ ਦੇ ਜਿਹੜੇ ਅੰਦਰੂਨੀ ਲੋਕ ਹੋਣ, ਉਹ ਚਾਹੁੰਦੇ ਨੇ ਕਿ ਪੰਜਾਬ ਦੇ ਹਜੇ ਜਿਹੜੇ ਮਸਲੇ ਖੜੇ ਨੇ, ਪੰਜਾਬ ਦੇ ਕਿਸਾਨੀ ਨਾਲ ਜੁੜੇ ਹੋਏ ਵੱਡੇ ਮਸਲੇ ਨੇ, ਚਾਹੇ ਉਹ ਐਗਰੋ ਬੇਸਡ ਇੰਡਸਟਰੀ ਨੂੰ ਲੈ ਕੇ ਇੱਥੇ ਜਿਹੜਾ ਹੈਗਾ ਲਿਆਉਣੀ ਹੋਵੇ, ਚਾਹੇ ਕਾਰਪੋਰੇਟ ਜਿਹੜੀ ਹੈਗੀ ਹੈ ਕੋਆਪਰੇਟਿਵ ਖੇਤੀ, ਕਾਰਪੋਰੇਟ ਮਾਡਲ ਦੀ ਥਾਂ ਦੇ ਉੱਤੇ ਇੱਕ ਕੋਆਪਰੇਟਿਵ ਮਾਡਲ ਨੂੰ ਸਥਾਪਿਤ ਕਰਨ ਦੀ ਗੱਲ ਹੋਵੇ, ਉਹ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਏਕਤਾ ਦਿਖਾਉਣੀ ਪਏਗੀ ਔਰ ਇੱਕ ਨਵਾਂ ਪ੍ਰੋਗਰਾਮ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ, ਕਿਉਂਕਿ ਚੋਣਾਂ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਤੁਹਾਨੂੰ ਬਣਾਉਣਾ ਪਏਗਾ। ਸੋ ਇਦਾਂ ਦੀ ਜਿਹੜੀ ਡੱਲੇਵਾਲ ਸਾਹਿਬ ਨੇ ਗੱਲ ਕੀਤੀ ਆ, ਮੈਨੂੰ ਲੱਗਦਾ ਹੈ ਕਿ ਇਹ ਕੋਈ ਬਹੁਤੀ ਸਿਆਣਪ ਵਾਲੇ ਬਿਆਨ ਨਹੀਂ ਹੈ। ਇਹਦੇ ਨਾਲ ਏਦਾਂ ਲੱਗਦਾ ਵੀ ਆਪਸੀ ਏਕੇ ਨੂੰ, ਆਪਸੀ ਏਕਤਾ ਨੂੰ, ਆਪਸੀ ਸੰਘਰਸ਼ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੇ ਨਜ਼ਰ ਆ ਰਹੇ ਨੇ। ਸੁਖਵਿੰਦਰ ਜੀ, ਬਿਲਕੁਲ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।